ਧੰਨ ਵਾਹਿਗੁਰੂ ਜੀ। ਬਿਲਾਵਲ ਬਾਣੀ ਰਵਿਦਾਸ ਭਗਤ ਕੀ। ਇਕ ਓੰਕਾਰ ਸਤ ਗੁਰ ਪ੍ਰਸਾਦ। ਦਾਰਿਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ। ਅਸ਼ਟ ਦਸ਼ਾ ਸਿਧ ਕਰ ਤਲੈ, ਸਭ ਕਿਰਪਾ ਤੁਮਾਰੀ। ਦਾਰਿਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ। ਅਸ਼ਟ ਦਸ਼ਾ ਸਿਧ ਕਰ ਤਲੈ, ਸਭ ਕਿਰਪਾ ਤੁਮਾਰੀ। ਤੂੰ ਜਾਨਤ ਮੈਂ ਕਿਛ ਨਹੀਂ, ਭਵ ਖੰਡਨ ਰਾਮ। ਸਗਲ ਜੀ ਸ਼ਰਨਾਗਤੀ, ਪ੍ਰਭੂ ਪੂਰਨ ਕਾਮ। ਰਹਾਉ ਜੋ ਤੇਰੀ ਸ਼ਰਨਾਗਤਾ, ਤੈਨੋ ਨਾਹੀ ਭਾਰ। ਊਚ ਨੀਚ ਤੁਮ ਤੇ ਤਰੇ, ਆਲਜ ਸੰਸਾਰ। ਕਹਿ ਰਵਿਦਾਸ ਅਕਥ ਕਥਾ, ਬਹੁ ਕਾਇ ਕਰੀਜੈ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ। ਕਹਿ ਰਵਿਦਾਸ ਅਕਥ ਕਥਾ, ਬਹੁ ਕਾਇ ਕਰੀਜੈ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪ ਜੀ ਨੇ ਬੜੇ ਪ੍ਰੇਮ ਸਹਿਤ ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਭਗਤ ਰਵਿਦਾਸ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਆਪਾਂ ਲੜੀਵਾਰ ਕਥਾ ਵਿਚਾਰ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ, ਇਹ ਕੋਸ਼ਿਸ਼ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 16 ਵੱਖ-ਵੱਖ ਰਾਗਾਂ ਦੇ ਵਿੱਚ ਵੱਖ-ਵੱਖ ਥਾਵੇਂ ਕੁੱਲ 40 ਸ਼ਬਦ ਭਗਤ ਰਵਿਦਾਸ ਸਾਹਿਬ ਮਹਾਰਾਜ ਦੇ ਦਰਜ ਹਨ, ਜਿਸ ਵਿੱਚੋਂ ਆਪ ਜੀ ਨੇ ਜਿਸ ਸ਼ਬਦ ਦਾ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 858 ਉੱਪਰ ਰਾਗ ਬਿਲਾਵਲ ਦੇ ਵਿੱਚ ਭਗਤ ਬਾਣੀ ਦੇ
ਸਿਰਲੇਖ ਅਧੀਨ ਇਹ ਸ਼ਬਦ ਦਰਜ ਹੈ ਅਤੇ ਇਸ ਰਾਗ ਦੇ ਵਿੱਚ ਕੁੱਲ 2 ਸ਼ਬਦ ਬਾਬਾ ਰਵਿਦਾਸ ਸਾਹਿਬ ਜੀ ਦੇ ਦਰਜ ਹਨ। ਸ਼ਬਦ ਦਾ ਸਿਰਲੇਖ ਹੈ ਬਿਲਾਵਲ, ਰਾਗ ਦਾ ਨਾਮ ਹੈ ਬਿਲਾਵਲ ਬਾਣੀ ਰਵਿਦਾਸ ਭਗਤ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮੇਸ਼ਰ ਪ੍ਰਭੂ ਇੱਕ ਬੱਝਵੀਂ ਸੱਤਾ ਹੈ, ਉਸ ਦਾ ਵਜੂਦ ਸਦੀਵ ਕਾਲ ਹੈ। ਗੁਰੂ ਦੀ ਮਿਹਰ ਤੇ ਬਖਸ਼ਿਸ਼ ਅਨੁਭਵ ਦੇ ਨਾਲ ਉਸ ਦੀ ਸੋਝੀ ਜੀਵ ਨੂੰ ਹੁੰਦੀ ਹੈ। ਸ਼ਬਦ ਦਾ ਰਹਾਉ ਵਾਲਾ ਬੰਦ ਬਾਬਾ ਰਵਿਦਾਸ ਸਾਹਿਬ ਜੀ ਦੇ ਮਨ ਦੀ ਨਿਮਰਤਾ ਤੇ ਨਿਰਮਾਣਤਾ ਦਾ ਇਜ਼ਹਾਰ ਤੇ ਪ੍ਰਗਟਾਵਾ ਹੈ। ਇਹ ਨਿਮਰਤਾ, ਇਹ ਨਿਰਮਾਣਤਾ, ਇਹ ਹਲੇਮੀ, ਇਹ ਧੀਰਜ, ਇਹ ਟਿਕਾਓ, ਇਹ ਸਮਰਪਣ ਭਾਵ ਉਹਨਾਂ ਨੇ ਸੱਚਮੁੱਚ ਹੀ ਆਪਣੇ ਜੀਵਨ ਦੇ ਵਿੱਚ ਕਮਾਇਆ ਤੇ ਜੋ ਕਮਾਇਆ ਹੈ ਉਸ ਨੂੰ ਸ਼ਬਦਾਂ ਦੇ ਰਾਹੀਂ ਸਾਡੇ ਨਾਲ ਸ਼ੇਅਰ ਕੀਤਾ, ਸਾਂਝਾ ਕੀਤਾ। ਇਸੇ ਲਈ ਗੁਰਬਾਣੀ ਦਾ ਇਹ ਵਾਕ ਸਾਨੂੰ ਮਹਾਂਪੁਰਖਾਂ ਦੇ ਪ੍ਰਤੀ, ਬਾਣੀ ਰਚਣ ਵਾਲੀਆਂ ਮਹਾਨ ਸ਼ਖਸੀਅਤਾਂ ਦੇ ਪ੍ਰਤੀ ਯਾਦ ਵਿੱਚ ਰੱਖਣਾ ਚਾਹੀਦਾ ਹੈ। ਜਿਹਾ ਡਿਠਾ ਮੈਂ ਤੇਹੋ ਕਹਿਆ, ਤੇਸ ਰਸ ਆਇਆ ਜਿਨ ਭੇਦ ਲਹਿਆ। ਗੁਰਬਾਣੀ ਦਾ ਇੱਕ ਹੋਰ ਵਾਕ ਹੈ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਂਖੀ। ਅੱਖਾਂ ਨਾਲ ਜੋ ਵੇਖਿਆ ਹੈ ਉਸ ਨੂੰ ਆਖਿਆ ਹੈ। ਭਾਵ ਇਹ ਹੁੰਦਾ ਹੈ ਕਿ ਜੀਵਨ ਵਿੱਚ ਜੋ ਹੰਢਾਇਆ, ਜੋ ਵਰਤਦਾ ਹੋਇਆ ਮਹਿਸੂਸ ਕੀਤਾ, ਜਿਸ ਨੂੰ ਜਿਵੇਂ ਜਾਣਿਆ ਹੈ ਉਵੇਂ ਕਹਿਣ ਦਾ ਯਤਨ ਕੀਤਾ ਵੀ ਇਵੇਂ ਹੈ ਇਹ ਗੱਲ। ਫਿਰ ਵੀ ਉਹਨਾਂ ਨੇ ਬਾਣੀ 'ਚ ਕਿਹਾ ਵੀ ਇਹ ਮੁਕੰਮਲ ਰੂਪ ਵਿੱਚ ਕਿਹਾ ਨਹੀਂ ਜਾ ਸਕਦਾ, ਇਹ ਸ਼ਬਦਾਂ ਦੀ ਹੱਦਬੰਦੀ ਤੋਂ ਬਾਹਰ ਦੀ ਖੇਡ ਹੈ। ਪਰ ਤੁਹਾਨੂੰ ਇਹ ਰਸਤਾ ਦੱਸਣ ਲਈ, ਮਾਰਗ ਦਰਸ਼ਨ ਕਰਨ ਲਈ ਤੁਹਾਡੇ ਸਾਹਮਣੇ ਅਸੀਂ ਆਪਣੇ ਅੰਦਰ ਦੇ ਵਲਵਲੇ ਤੇ ਜਜ਼ਬੇ ਦਾ ਸ਼ਬਦਾਂ ਦੇ ਰਾਹੀਂ ਪ੍ਰਗਟਾਓ ਕਰ ਦਿੱਤਾ, ਕਿਉਂਕਿ ਸ਼ਬਦ ਹੀ ਮਨੁੱਖ ਦੇ ਕੋਲ ਇੱਕ ਸਭ ਤੋਂ ਉੱਤਮ ਤਾਕਤ ਹੈ ਜਿਹੜੀ ਸਾਡੇ ਭਾਵਾਂ ਨੂੰ ਦੂਜੇ ਤੱਕ ਲੈ ਕੇ ਜਾਂਦੀ ਹੈ। ਤੋ ਰਹਾਉ ਦੇ ਬੰਦ ਵਿੱਚ ਬਖਸ਼ਿਸ਼ ਕਰਦੇ ਹਨ, ਕਹਿੰਦੇ ਨੇ ਤੂੰ ਜਾਣਤ ਮੈਂ ਕਿਛ ਨਹੀਂ। ਮਨੁੱਖ ਆਪਣੇ ਜੀਵਨ ਵਿੱਚ ਕੋਈ ਵੀ ਇਹ ਨਹੀਂ ਕਹਿੰਦਾ ਵੀ ਮੈਂ ਕਿਸੇ ਗੱਲੋਂ ਘੱਟ ਹਾਂ। ਜੋ ਕੁਝ ਸਾਡੇ ਕੋਲ ਹੁੰਦਾ ਉਹਦਾ ਤੇ ਅਸੀਂ ਦਾਅਵਾ ਕਰਨਾ ਹੀ ਹੁੰਦਾ ਹੈ। ਜਿਹੜੀ ਲਿਆਕਤ ਸਾਡੇ ਕੋਲ ਨਾ ਵੀ ਹੋਵੇ ਨਾ, ਉਹਦੇ ਉੱਤੇ ਵੀ ਸਾਡਾ ਦਾਅਵਾ ਉਵੇਂ ਹੀ ਹੁੰਦਾ ਵੀ ਸਾਨੂੰ ਇਹ ਵੀ ਪਤਾ ਹੈ ਤੇ ਅਸੀਂ ਇਹਦੇ ਵੀ ਮਾਲਕ ਹਾਂ। ਮਨੁੱਖ ਆਪਣੇ ਅੰਦਰ ਆਪਣੇ ਆਪ ਨੂੰ ਹਮੇਸ਼ਾ ਮੁਕੰਮਲ ਸਮਝ ਕੇ ਹੀ ਗੱਲ ਕਰਦਾ ਹੈ ਤੇ ਮੁਕੰਮਲ ਸਮਝ ਕੇ ਹੀ ਜੀਵਨ ਮਾਰਗ ਦੇ ਵਿੱਚ ਦਾਅਵੇ ਬਣਦਾ ਹੈ। ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਤੇ ਹੈ ਪਾਇਆ। ਕੋਈ ਐਸਾ ਨਹੀਂ ਜਿਹੜਾ ਇਹ ਸਮਝੇ ਵੀ ਇਹ ਚੀਜ਼ ਦਾ ਘਾਟਾ ਹੈ ਮੈਨੂੰ, ਜਾਂ ਇਉਂ ਕਹਿ ਲਓ ਵੀ ਮੇਰੇ ਅੰਦਰ ਇਹਨਾਂ ਗੁਣਾਂ ਦੀ ਘਾਟ ਹੈ। ਜਿੱਥੇ ਅਸੀਂ ਆਪਣੇ ਗੁਣ ਦਾ ਪ੍ਰਗਟਾਵਾ ਨਾ ਵੀ ਕਰ ਸੋ ਉੱਥੇ ਅਸੀਂ ਕਹਿੰਦੇ ਨਹੀਂ ਜੀ ਇਹ ਤਾਂ ਅਸੀਂ ਨਹੀਂ ਸਾਂ ਚਾਹੁੰਦੇ, ਨਹੀਂ ਤਾਂ ਇਹ ਖੂਬੀ ਤੋਂ ਅਸੀਂ ਖਾਲੀ ਨਹੀਂ ਸਾਂ, ਇਹ ਖੂਬੀਆਂ ਵੀ ਸਾਡੇ ਵਿੱਚ ਹਨ। ਜਿਹੜੀ ਗੁਰੂ ਸਾਹਿਬ ਨੇ ਬਾਣੀ ਵਿੱਚ ਹਰਨਾਕਸ਼ ਦੀ ਗੱਲ ਕੀਤੀ ਹੈ ਨਾ, ਹਰਨਾਕਸ਼ ਵੀ ਇੱਕ ਕਰੈਕਟਰ ਹੈ, ਇੱਕ ਕਿਰਦਾਰ ਹੈ, ਤੇ ਪ੍ਰਹਿਲਾਦ ਵੀ ਇੱਕ ਕਿਰਦਾਰ ਹੈ। ਪਰ ਦੋਵਾਂ ਦੇ ਕਿਰਦਾਰ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਐਕਸਪਲੇਨ ਕੀਤਾ ਹੈ। ਹਰਨਾਕਸ਼ ਇੱਕ ਹੋਂ ਦਾ ਪ੍ਰਤੀਕ ਹੈ, ਹਉਮੈ ਦਾ। ਮੈਂ ਹਾਂ, ਮੈਂ ਹਾਂ, ਮੇਰੇ ਕੋਲ ਸਭ ਹੈ ਤੇ ਮੈਂ ਹੀ ਹਾਂ। ਪ੍ਰਹਿਲਾਦ ਉਸ ਹੋਂ ਦਾ, ਹੋਂ ਦੇ ਜ਼ੁਲਮ ਦਾ ਸ਼ਿਕਾਰ ਬਣਦਾ ਹੈ। ਪਰ ਪ੍ਰਹਿਲਾਦ ਦੇ ਅੰਦਰ ਹੋਂ ਕੋਈ ਨਹੀਂ। ਹੰਗਤਾ ਤੇ ਹੰਕਾਰ ਭਰੇ ਲੋਕ ਉਹਦੇ ਉੱਤੇ ਜ਼ੁਲਮ ਕਰਦੇ ਨੇ, ਧੱਕਾ ਕਰਦੇ ਨੇ, ਉਹਨੂੰ ਜਾਨੋਂ ਮਾਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦੀ ਹਉਮੈ ਵਿੱਚ ਰੁਕਾਵਟ ਬਣਦਾ। ਉਹ ਉਹਨਾਂ ਦੇ ਦਾਅਵੇ ਨੂੰ ਸੱਚ ਨਹੀਂ ਮੰਨਦਾ, ਉਹ ਕਹਿੰਦਾ ਵੀ ਨਹੀਂ। ਜੇ ਕੋਈ ਆ ਕੇ ਮੈਂ ਭਗਵਾਨ ਹਾਂ ਤੇ ਇਹਦਾ ਮਤਲਬ ਹੈ ਦੂਜਾ ਮੰਨ ਲਵੇ, ਕਿਵੇਂ ਹੋ ਸਕਦਾ? ਤੇਰੇ ਕੋਲ ਜੇ ਤਾਕਤਾਂ ਨੇ ਤੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੂੰ ਆਪਣੇ ਆਪ ਨੂੰ ਸਾਰੀ ਕਾਇਨਾਤ ਦਾ ਰਚੇਤਾ ਸਮਝੇ ਤੇ ਤੂੰ ਆਖੇ ਵੀ ਮੈਨੂੰ ਰੱਬ ਦੀ ਥਾਂ ਦੇ ਦਿਓ। ਉਸ ਹਉਮੈ ਦੇ ਮੁਕਾਬਲੇ ਦੇ ਉੱਤੇ ਖੜਾ ਹੈ, ਉਹਦੇ ਦਾਅਵੇ ਨੂੰ ਸੱਚਾ ਨਹੀਂ। ਉਹ ਕਹਿੰਦਾ ਇਹ ਹੰਕਾਰ ਭਰਿਆ ਦਾਅਵਾ, ਇਹਦਾ ਅਸਤਿਤਵ, ਇਹਦੀ ਸੱਚਾਈ ਕੋਈ ਨਹੀਂ, ਬੇਸਲੈਸ ਗੱਲ ਹੈ।
ਤੇ ਸੁਭਾਵਕ ਹੈ ਜਿਹੜਾ ਹਉਮੈ ਨੂੰ ਚੈਲੰਜ ਕਰੇਗਾ ਉਹ ਹਉਮੈ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਸ਼ਿਕਾਰ ਵੀ ਹੋਏਗਾ। ਸ਼ਿਕਾਰ ਹੋਣਾ ਹੀ ਉਹਨੇ ਜਿਹੜਾ ਸਾਹਮਣੇ ਆਏਗਾ। ਇਸ ਕਰਕੇ ਪ੍ਰਹਿਲਾਦ ਸ਼ਿਕਾਰ ਹੁੰਦਾ ਹੈ, ਪਰ ਉਹਦਾ ਯਕੀਨ, ਉਹਦਾ ਭਰੋਸਾ, ਉਹਦਾ ਵਿਸ਼ਵਾਸ ਸੱਚ ਉੱਤੇ ਹੈ ਤੇ ਸੱਚ ਦੀ ਹੀ ਤਾਕਤ ਉਹਦੇ ਪੱਲੇ ਹੈ। ਪ੍ਰਹਿਲਾਦ ਕੋਈ ਦਾਅਵਾ ਨਹੀਂ ਕਰਦਾ ਵੀ ਮੈਂ ਕੋਈ ਭਗਵਾਨ ਹਾਂ ਜਾਂ ਮੈਂ ਕੋਈ ਭਗਵਾਨ ਦਾ ਪੁੱਤਰ ਹਾਂ ਜਾਂ ਮੇਰੇ ਕੋਲ ਕੋਈ ਆਹ ਤਾਕਤ ਹੈ। ਉਹ ਕਹਿੰਦਾ ਨਹੀਂ, ਪਰ ਕੁਦਰਤ ਦਾ ਸੱਚ ਉਹਦੇ ਹੱਕ ਵਿੱਚ ਖੜਾ ਹੈ, ਕਾਦਰ ਦੀ ਸਚਾਈ ਉਹਦੇ ਪੱਖ ਵਿੱਚ ਖੜੀ ਹੈ। ਇਸ ਕਰਕੇ ਸਾਹਿਬ ਨੇ ਬਾਣੀ ਵਿੱਚ ਆਖਿਆ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਤੋ ਹੰਕਾਰੀ ਦਾ ਅੰਤ ਜਿਹੜਾ ਹੈ ਉਹ ਹੈ ਖਾਤਮਾ, ਤੇ ਧੀਰਜ ਵਾਲੇ ਦਾ, ਨਿਮਰ ਤੇ ਨਿਰਮਾਣਤਾ ਵਾਲੇ ਦਾ ਸੱਚ ਜਿੱਤ ਜਾਂਦਾ ਹੈ, ਕਿਉਂਕਿ ਉਸਨੇ ਸੱਚ ਨੂੰ ਜੀਵਨ 'ਚ ਹੰਢਾ ਕੇ ਮਹਿਸੂਸ ਕਰਕੇ ਹੰਕਾਰ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕੀਤੀ। ਤੋ ਧਰਮ ਦਾ ਪੈਂਡਾ ਜਿਹੜਾ, ਧਰਮ ਦੇ ਪੈਂਡੇ ਦੀ ਪਹਿਲੀ ਰਿਕੁਆਇਰਮੈਂਟ ਹੀ ਇਹ ਹੈ, ਪਹਿਲੀ ਸ਼ਰਤ ਹੀ ਇਹ ਹੈ, ਪਹਿਲਾ ਅਸੂਲ ਹੀ ਇਹ ਹੈ, ਆਪ ਗਵਾਈਐ ਤਾਂ ਸ਼ਉ ਪਾਈਐ। ਇਸ ਲਈ ਬਾਣੀ ਦੇ ਵਾਕ ਵੀ ਆਪਾਂ ਪੜ੍ਹਦੇ ਹਾਂ, ਅੱਗੇ ਵੀ ਜਾ ਕੇ ਆਉਣਗੇ। ਇੱਕ ਉਹ ਹੈ ਜਿਹੜਾ ਜੀਵਨ ਕਹਿੰਦਾ, ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਝੈ ਸਮਾਨੀ, ਜੋਬਨ ਮੰਤ ਆਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ। ਇੱਕ ਉਹ ਜੀਵਨ ਹੈ ਜਿਹੜਾ ਕਹਿੰਦਾ ਮੈਂ ਹੀ ਸਮਰੱਥ ਹਾਂ। ਤੇ ਅਸੀਂ ਭਾਵੇਂ ਮੁੱਖ ਤੋਂ ਨਾ ਕਹੀਏ, ਪਰ ਸਾਡੇ ਅੰਦਰ ਇਹ ਚੀਜ਼ ਜਿਹੜੀ ਹੈ ਸਦਾ ਪਲਦੀ ਰਹਿੰਦੀ ਹੈ, ਮੈਂ ਹੋਵਾਂ। ਤਾਂ ਉਹ ਜਿਹੜੀ ਚੀਜ਼ ਹੈ ਉਹ ਦੂਜੇ ਨੂੰ ਉਹਦੇ ਹੱਕ ਤੇ ਦੂਜੇ ਦੇ ਅਧਿਕਾਰ ਨੂੰ, ਜਿਹੜੀ ਉਹਦੀ ਥਾਂ, ਜਿਹੜੀ ਉਹਦੀ ਸਪੇਸ, ਉਹ ਵੀ ਮੱਲਣ ਦੀ ਕੋਸ਼ਿਸ਼ ਕਰਦੀ ਹੈ। ਪਰ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਬਾਣੀ ਦਾ ਜਿਹੜਾ ਆਗਾਜ਼ ਹੈ ਬਾਣੀ ਦਾ, ਉਹ ਨਿਮਰਤਾ ਤੇ ਨਿਰਮਾਣਤਾ ਦੀ ਭੂਮੀ ਵਿੱਚ ਹੋਇਆ ਹੈ। ਇਸ ਲਈ ਜਿੰਨੇ ਵੀ ਮਹਾਂਪੁਰਖਾਂ ਨੇ ਬਾਣੀ ਰਚੀ, ਉਹਨਾਂ ਨੇ ਹਰ ਥਾਂ ਤੇ ਇਹੀ ਕਿਹਾ, ਅਬ ਤੂੰ ਹੀ ਮੈਂ ਨਾਹੀ, ਤੂੰ ਹੀ ਹੈ, ਮੈਂ ਕੀ ਹਾਂ। ਜਿਸ ਮੈਂ ਦਾ ਮੈਂ ਬਹੁਤ ਸ਼ੋਰ ਕਰਦਾ, ਜਿਸ ਮੈਂ ਦਾ ਮੈਂ ਬਹੁਤ ਪ੍ਰਚਾਰ ਕਰਦਾ, ਉਹ ਮੈਂ ਹੈ ਕੀ? ਉਹਦਾ ਬੇਸ ਕੀ ਹੈ? ਉਹਦੀ ਪਾਇਆ ਕੀ ਹੈ? ਉਹਦੀ ਔਕਾਤ, ਉਹਦੀ ਸਮਰੱਥਾ ਕਿੰਨੀ ਕੁ ਹੈ? ਜਿਸ ਦਿਨ ਮਨੁੱਖ ਇਸ ਮੈਂ ਨੂੰ, ਆਪਣੇ ਆਪ ਨੂੰ ਖੋਜਣ ਲੱਗ ਪਵੇ, ਉਹ ਪਾਉਂਦਾ ਵੀ ਕੱਖ ਨਹੀਂ। ਉਹਦਾ ਰੁਖ ਕਿਸੇ ਹੋਰ ਪਾਸੇ ਵੱਲ ਹੋ ਜਾਂਦਾ ਹੈ, ਉਹਦਾ ਧਿਆਨ ਕਿਸੇ ਹੋਰ ਪਾਸੇ ਮੁੜ ਜਾਂਦਾ ਹੈ। ਸਤਿਗੁਰੂ ਮਹਾਰਾਜ ਆਖਦੇ ਨੇ, ਇਹੀ ਕਾਰਨ ਹੈ ਵੀ ਅਸੀਂ ਸਾਰਾ ਜੀਵਨ ਆਪਣੀ ਹਉ ਦੇ ਵਜੂਦ ਨੂੰ ਤਲਾਸ਼ਦੇ ਹੀ ਨਹੀਂ ਵੀ ਇਹ ਕਿਹੜੇ ਬੇਸ ਉੱਤੇ ਖੜੀ ਹੈ, ਅਗਿਆਨਤਾ ਉੱਤੇ। ਪਰ ਜਿਸ ਦਿਨ ਅਸੀਂ ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਸਤਿਗੁਰੂ ਆਖਦੇ ਨੇ, ਜਿਸ ਦਿਨ ਅਸੀਂ ਆਪੇ ਦਾ ਗਿਆਨ ਪਾ ਲਈਏ, ਫਿਰ ਅਸੀਂ ਝੂਠੀ ਕਥਨੀ ਵਿੱਚ ਲੁੱਝਦੇ, ਖਪਦੇ, ਕਰੁੱਝਦੇ ਨਹੀਂ, ਤੰਗ ਦਿਲੀ ਦਾ ਸ਼ਿਕਾਰ ਨਹੀਂ ਹੁੰਦੇ, ਫਿਰ ਅਸੀਂ ਸੱਚ ਨੂੰ ਬੁੱਝ ਲੈਂਦੇ ਹਾਂ। ਤੇ ਬਾਬਾ ਰਵਿਦਾਸ ਸਾਹਿਬ ਜੀ ਨੇ ਇੱਥੋਂ ਹੀ ਆਪਣੇ ਵਿਚਾਰ ਦਾ ਪ੍ਰਗਟਾਓ ਰਹਾਉ ਦੇ ਬੰਦ ਵਿੱਚ ਕੀਤਾ ਵੀ, ਤੂੰ ਜਾਣਤ ਮੈਂ ਕਿਛ ਨਹੀਂ। ਮੈਂ ਜੋ ਮਰਜ਼ੀ ਆਖਾਂ, ਤੂੰ ਤੇ ਜਾਣਦਾ ਵੀ ਮੇਰੀ ਕੋ ਪਾਇਆ ਤੇ ਹੈ ਨਹੀਂ, ਮੇਰੇ ਅੰਦਰ ਹਉਂ ਦਾ ਇਸ ਕਰਕੇ ਸ਼ੋਰ ਨਹੀਂ, ਮੇਰੇ ਅੰਦਰ ਹੰਕਾਰ ਜਿਹੜਾ ਹੈ ਉਹ ਮੈਨੂੰ ਕਦੇ ਜ਼ਿੰਦਗੀ ਦੇ ਪੈਂਡੇ ਦੇ ਉੱਤੇ ਡਿਸਟਰਬ ਨਹੀਂ ਕਰਦਾ। ਅਸੀਂ ਰੋਜ਼ ਇਹ ਵਾਕ ਸੋਹਲਾ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਜਿਨ੍ਹਾਂ ਥਾਵਾਂ 'ਤੇ ਅਸੀਂ ਨੰਗੇ ਕਦਮੀ ਚੱਲੇ ਹਾਂ ਨਾ, ਜਿਨ੍ਹਾਂ ਨੇ ਕੰਡਿਆਂ ਦੀ, ਸੂਲਾਂ ਦੀ ਮਾਰ ਸਹੀ, ਉਹਨਾਂ ਨੂੰ ਪਤਾ ਹੈ ਕਿ ਕੰਡੇ ਦੀ ਚੋਭ ਕੀ ਹੁੰਦੀ ਹੈ। ਕਈ ਵਾਰ ਕੀ ਹੁੰਦਾ ਸੀ ਵੀ ਕੰਡਾ ਅੱਡੀ ਵਿੱਚ ਵੱਜ ਕੇ ਤੇ ਅੱਗੋਂ ਥੋੜ੍ਹਾ ਜਿਹਾ ਮਾਸ ਵਿੱਚ ਰਹਿ ਜਾਂਦਾ ਸੀ, ਅੱਡੀ ਦੇ ਪੈਰ ਦੇ ਮਾਸ ਵਿੱਚ, ਤੇ ਟੁੱਟ ਜਾਂਦਾ ਸੀ। ਤੇ ਜਦੋਂ ਤੁਸੀਂ ਤੁਰਦੇ ਹੋ ਤੇ ਜਦੋਂ ਪੈਰ ਜ਼ਮੀਨ 'ਤੇ ਲੱਗਣਾ, ਚਸਕ ਪੈਣੀ, ਕਿਉਂਕਿ ਉਸ ਮਾਸ ਦੇ ਵਿੱਚ ਹੈ ਨਾ, ਪੈਰ ਦੇ ਵਿੱਚ ਖੁੱਭਿਆ ਸੀ, ਅੱਗੋਂ ਉਹਦੀ ਸੂਲ ਜਿਹੜੀ ਹੈ
ਤਿੱਖੀ। ਤੇ ਜਾਂ ਜਿਹੜੇ ਪਹਾੜੀ ਕਿੱਕਰਾਂ ਦੇ ਕੰਡੇ ਹੁੰਦੇ ਸਨ, ਉਹ ਜਦੋਂ ਵੱਜ ਕੇ ਨਿਕਲ ਵੀ ਜਾਂਦੇ ਸਨ, ਜਦੋਂ ਤੁਸੀਂ ਤੁਰਦੇ ਸੀ ਤੇ ਸਾੜ ਪੈਂਦਾ ਸੀ, ਪੈਰ ਚਸਕ ਪੈਣੀ, ਦਿਮਾਗ ਤੱਕ ਜਾਣੀ, ਤੇ ਫਿਰ ਉਹਨੂੰ ਕਈ ਵਾਰ ਕੱਢਣਾ। ਤੇ ਕਮਾਲ ਦੀ ਗੱਲ ਇਹ ਹੁੰਦੀ ਸੀ ਵੀ ਕੰਡੇ ਦੀ ਮਦਦ ਨਾਲ ਹੀ ਕਈ ਵਾਰ ਕੰਡਾ ਕੱਢ ਲਿਆ ਜਾਂਦਾ ਸੀ। ਸੂਲ ਦੀ ਮਦਦ ਨਾਲ ਹੀ ਸੂਲ ਦੀ ਤਿੱਖੀ ਨੋਕ ਜਿਹੜੀ ਸੀ ਉਹ ਮਾਸ ਵਿੱਚੋਂ ਬਾਹਰ ਕੱਢੀ ਜਾਂਦੀ ਸੀ। ਹਉਮੈ ਨੂੰ ਬੁੱਝਣਾ ਹੀ ਹਉਮੈ ਦਾ ਅਸਲ ਇਲਾਜ ਹੈ। ਮਹਾਰਾਜ ਨੇ ਇਸੇ ਕਰਕੇ ਕਿਹਾ ਵੀ ਕੰਡੇ ਨਾਲ ਵੀ ਕੰਡਾ ਨਿਕਲ ਸਕੇ, ਹਉਮੈ ਬੁੱਝੈ ਤਾਂ ਦਰ ਸੂਝੈ। ਤੇ ਜੇ ਇਹ ਕੰਡਾ ਬਣ ਕੇ ਤੁਹਾਡੇ ਸੁਰਤ ਵਿੱਚ ਚੁਭਿਆ ਹੋਇਆ, ਜਿਉਂ-ਜਿਉਂ ਤੁਸੀਂ ਜੀਵਨ ਮਾਰਗ ਤੇ ਕਦਮ ਧਰੋ, ਕੋਈ ਵੀ ਕੰਮ ਕਰੋਗੇ ਨਾ, ਇਹ ਹਉਮੈ ਦੀ ਚੀਸ ਤੁਹਾਨੂੰ ਟਿਕਣ ਨਹੀਂ ਦੇ। ਮਨ ਕਰੇਗਾ ਪਾਠ ਕੀਤਾ, ਹਉਮੈ ਦਾ ਵਿਖਾਵਾ, ਸੇਵਾ ਕੀਤੀ, ਹਉਮੈ ਦਾ ਵਿਖਾਵਾ, ਕੋਈ ਨੇਕ ਕਿਸੇ ਦੀ ਮਦਦ ਕਰ ਲਈ, ਹਉਮੈ ਦਾ ਹਰ ਜਗ੍ਹਾ ਦੇ ਉੱਤੇ ਇਹਨੇ ਆਪਣਾ ਰੰਗ ਵਿਖਾਈ ਤੁਰੇ ਜਾਣਾ। ਹਰ ਕਰਮ ਦੇ ਵਿੱਚੋਂ ਇਹਨੇ ਝਲਕਣਾ ਸ਼ੁਰੂ ਕਰ ਦੇਣਾ। ਜਿਉਂ-ਜਿਉਂ ਚੱਲੈ ਚੁਭ ਹੈ ਦੁੱਖ ਪਾਵੈ, ਜਿਉਂ-ਜਿਉਂ ਪੈਰ ਧਰੋਗੇ ਚੁਭੇਗਾ, ਚੀਸ ਦੇਵੇਗਾ। ਕੋਈ ਕਰਮ ਐਸਾ ਨਹੀਂ ਜਿਹੜਾ ਹਉਮੈ ਦੇ ਪ੍ਰਭਾਵ ਤੋਂ ਖਾਲੀ ਹੋਵੇ। ਤੋ ਸਤਿਗੁਰੂ ਮਹਾਰਾਜ ਆਖਦੇ ਮੇਰੇ ਜੀਵਨ 'ਚ ਤੂੰ ਤੇ ਜਾਣਦਾ ਕਿ ਮੈਂ ਤੈਨੂੰ ਆਪਣਾ ਆਪ ਇੰਨਾ ਸਮਰਪਿਤ ਕੀਤਾ ਵੀ ਮੈਂ ਆਪਣੇ ਵਜੂਦ ਨੂੰ ਤੇਰੇ ਰਾਹ ਦੇ ਉੱਤੇ ਸਮਰਪਣ ਕਰ ਦਿੱਤਾ, ਭੇਟ ਕਰ ਦਿੱਤਾ ਵੀ ਮੈਂ ਤੇ ਹੈ ਹੀ ਨਹੀਂ। ਤੂੰ ਜਾਣਤ ਮੈਂ ਕਿਛ ਨਹੀਂ, ਭਵ ਖੰਡਨ ਰਾਮ, ਹੇ ਸਰਵ ਵਿਆਪਕ ਪਰਮੇਸ਼ਰ ਜੀ, ਤੁਸੀਂ ਭਵ ਖੰਡਨ ਵਾਲੇ ਹੋ। ਭਵ ਦਾ ਮਤਲਬ ਹੁੰਦਾ ਹੈ ਜੀਵਨ ਦੀ ਭਟਕਣਾ, ਜੀਵਨ ਦੀ ਭਟਕਣਾ ਖੰਡਣ ਵਾਲੇ ਹੋ। ਸਗਲ ਜੀ ਸ਼ਰਨਾਗਤੀ, ਵਾਹਿਗੁਰੂ ਮੈਂ ਇਕੱਲਾ ਥੋੜੀ, ਸਾਰੇ ਜੀ ਤੇਰੀ ਸ਼ਰਨ ਵਿੱਚ ਨੇ। ਕੋਈ ਮਹਿਸੂਸ ਨਾ ਕਰੇ ਉਹ ਗੱਲ ਵੱਖਰੀ ਹੈ, ਪਰ ਅਸੀਂ ਜੀ ਉਹਦੀ ਸ਼ਰਨ ਵਿੱਚ ਹੀ ਰਹੇ ਹਾਂ। ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ, ਹੇ ਪ੍ਰਭੂ ਜੀ ਤੁਸੀਂ ਹੀ ਸਭਨਾਂ ਦੇ ਜੀਵਨ ਨੂੰ ਸਫਲ ਕਰਨ ਦਾ ਕਾਰਜ ਰਾਸ ਕਰਨ ਵਾਲੇ ਹੋ। ਜਿਸ ਦੀ ਜ਼ਿੰਦਗੀ ਦੀ ਯਾਤਰਾ ਨੇ ਸਫਲ ਹੋਣਾ ਹੈ ਉਹ ਤੁਹਾਡੀ ਬਖਸ਼ਿਸ਼ ਨਾਲ ਹੀ ਹੋਣਾ। ਜਿਹਦਾ ਤੁਹਾਡੇ ਤੇ ਇਕਤਾਦ ਹੈ, ਜਿਹਦਾ ਤੁਹਾਡੇ ਤੇ ਯਕੀਨ ਹੈ, ਭਰੋਸਾ ਹੈ, ਸਮਰਪਣ ਭਾਵ ਹੈ, ਜਿਹੜਾ ਤੰਗ ਦਿਲੀਆਂ ਤੋਂ ਮੁਕਤ ਹੋ ਗਿਆ, ਤੁਹਾਡੀ ਬਖਸ਼ਿਸ਼ ਪਾ ਕੇ ਉਹਦੀ ਜ਼ਿੰਦਗੀ ਦੀ ਸਫਲਤਾ ਦਾ ਕਾਰਜ ਪੂਰਨ ਹੋ ਗਿਆ। ਤੇ ਆਰੰਭ ਦੇ ਬਚਨ ਵਿੱਚ ਆਖਦੇ ਨੇ ਦਾਰਿਦ ਦੇਖ ਸਭ ਕੋ ਹਸ। ਦਾਰਿਦ ਸ਼ਬਦ ਜਿਹੜਾ ਹੈ ਦਰਿਦਰ ਵਾਸਤੇ, ਗੁਰਬਤ ਵਾਸਤੇ, ਗਰੀਬੀ ਵਾਸਤੇ ਵਰਤਿਆ ਜਾਂਦਾ, ਕੰਗਾਲੀ ਦੀ ਹਾਲਤ। ਤੇ ਆਮ ਤੌਰ ਤੇ ਜਦੋਂ ਪਦਾਰਥ ਨਾ ਹੋਣ, ਪੈਸਾ ਟਕਾ ਕੋਲ ਨਾ ਹੋਵੇ, ਜ਼ਿੰਦਗੀ ਜਿਹੜੀ ਹੈ ਜੀਵਨ ਦੇ ਵਿੱਚ ਪਦਾਰਥਾਂ ਦੀ ਬਿਲਕੁਲ ਹੀ ਘਾਟ ਹੀ ਹੋ ਜਾਏਗਾ, ਆਪਾਂ ਕਹਿੰਦੇ ਬੰਦਾ ਕੰਗਾਲ ਹੈ, ਗਰੀਬ ਹੈ। ਤੇ ਕਈ ਵਾਰ ਤਾਂ ਵੀ ਲੋਕ ਹੱਸਦੇ ਨੇ। ਹੁਣ ਸਾਰਿਆਂ ਨੇ ਮਹਿੰਗੇ ਵਸਤਰ ਪਹਿਨੇ ਹੋਣ ਤੇ ਕੰਗਾਲ ਰਿਸ਼ਤੇਦਾਰ ਉਹਦੇ 'ਚ ਆ ਜਾਏ ਤੇ ਉਹਦੇ ਨਾਲ ਫੋਟੋ ਹੀ ਕੋਈ ਨਹੀਂ ਖਿਚਾਉਂਦਾ। ਪਹਿਲੀ ਤਾਂ ਗੱਲ ਹੈ ਕਿ ਇਹਦੇ 'ਚ ਕੀ ਵਡਿਆਈ ਹੈ। ਉਹ ਭਾਵੇਂ ਅੱਗੇ ਹੋਣ ਦਾ ਯਤਨ ਕਰੇ ਵੀ ਚਲੋ ਮੇਰੇ ਰਿਸ਼ਤੇਦਾਰ ਨੇ, ਤੇ ਦੂਜਿਆਂ ਨੂੰ ਲੱਗਦਾ ਵੀ ਐਵੇਂ ਸਾਡਾ ਵੀ ਮੂਡ ਖਰਾਬ ਕਰੇਗਾ, ਇਹਦੇ ਨਾਲ ਫੋਟੋ ਖਿਚਾਉਣ 'ਚ ਸਾਨੂੰ ਕੀ ਵਡਿਆਈ ਹੈ ਭਲਾ। ਉਹਨੂੰ ਤੇ ਹੋ ਸਕਦੀ ਹੈ, ਉਹ ਸਾਡੇ ਨਾਲ ਬੈਠ ਕੇ ਖਾਣਾ ਚਾਹੇ, ਸਾਡੇ ਅਸੀਂ ਬਾਹਰੋਂ ਨਾ ਵੀ ਕਰ ਸਕੀਏ ਤਾਂ ਵੀ ਸਾਡੇ ਅੰਦਰ ਕਈ ਵਾਰ ਹੁੰਦਾ ਕਿ ਕੋਈ ਹੋਰ ਜਗ੍ਹਾ ਚੁਣ ਲਈਏ, ਬਹਾਨੇ ਨਾਲ ਅਸੀਂ ਇੱਧਰ ਉੱਧਰ ਨੂੰ ਹਿੱਲਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਕਿੱਡੀ ਨੇਕ ਸਲਾਹ ਵੀ ਦੇਵੇ ਨਾ, ਕਿੱਡੀ ਸਿਆਣੀ ਗੱਲ ਕਰੇ, ਉਹਦੀ ਗੱਲ ਦਾ ਉਹਨਾਂ ਵਜ਼ਨ ਨਹੀਂ ਰਹਿੰਦਾ ਜਿੰਨਾ ਅਮੀਰ ਦੀ ਮੂਰਖਤਾਈ ਦੀ ਗੱਲ ਦਾ ਰਹਿੰਦਾ। ਕਈ ਵਾਰ ਸਾਡੀ ਬੋਲੀ 'ਚ ਤਾਂ ਹੀ ਇਹ ਮੁਹਾਵਰਾ ਵੀ ਬਣਿਆ ਵੀ ਜਿਹਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ। ਉਹਨੂੰ ਐਵੇਂ ਆਵਾਜ਼ ਮਾਰ ਕੇ ਪੁੱਛੇ ਵੀ ਸਲਾਹ ਦਿਓ, ਦੱਸੋ ਕੁਝ, ਕੀ ਕਰੀਏ। ਸਾਨੂੰ ਪਤਾ ਹੁੰਦਾ ਵੀ ਇਹਦੇ ਪੱਲੇ ਕੱਖ ਨਹੀਂ, ਪਰ ਉਹਦੀ ਰਿਸਪੈਕਟ ਜਿਹੜੀ ਹੈ ਨਾ, ਉਹਦੇ ਪਿੱਛੇ ਖੜੀ ਹੋਈ ਮਨੀ ਪਾਵਰ ਕਰਕੇ, ਦੌਲਤ ਕਰਕੇ, ਪਦਾਰਥ ਕਰਕੇ। ਪਰ ਜਿਹੜਾ ਇੱਕ ਅਕਲਮੰਦ ਬੰਦਾ, ਉਹਨੂੰ ਸਭਾ 'ਚ ਘੱਟੋ ਘੱਟ ਕੋਈ ਨਹੀਂ ਸਕਦਾ। ਇਕੱਲੇ ਚੋਰੀ ਭਾਵੇਂ ਅਸੀਂ ਸਲਾਹ ਲੈ ਲਈਏ, ਸਾਨੂੰ ਪਤਾ ਹੁੰਦਾ ਵੀ ਬੰਦਾ ਅਕਲਮੰਦ ਹੈ, ਕੋਈ ਚੰਗੀ ਗੱਲ ਦੱਸੇਗਾ, ਪਰ ਸਭਾ 'ਚ ਸੱਦ ਕੇ ਉਹਦੀ ਸਲਾਹ ਕੋਈ ਨਹੀਂ ਲਏਗਾ, ਕਿਉਂਕਿ ਜਿਹੜਾ ਮਾਇਆਧਾਰੀ ਉਹਦੀ ਹਉਮੈ ਨੂੰ ਠੇਸ ਪਹੁੰਚੇਗੀ। ਉਹ ਵੈਰੀ ਬਣ ਜਾਏਗਾ ਤੁਹਾਡਾ ਵੀ ਅੱਛਾ ਹੁਣ ਇਹ ਕੰਗਾਲ ਸਾਨੂੰ ਅਕਲਾਂ ਦੇਵੇਗਾ। ਇਸ ਕਰਕੇ ਉਹਨੂੰ ਨਾਰਾਜ਼ ਵੀ ਨਹੀਂ ਕਰਨਾ ਹੁੰਦਾ। ਇਸ ਕਰਕੇ ਉਹਦੀ ਸਲਾਹ ਜੇ ਲਈਏ ਵੀ ਤੇ ਚੋਰੀ ਲੈ ਲਈਏ, ਪਰ ਸਭਾ 'ਚ ਕਦੇ ਉਹਨੂੰ ਉਸ ਰੁਤਬੇ 'ਤੇ ਨਹੀਂ ਰੱਖਿਆ ਜਾਂਦਾ। ਯਾਨੀ ਕਿ ਮੈਂ ਸਮਾਜ ਦਾ ਸਿਸਟਮ ਦੱਸ ਰਿਹਾ, ਇਹਦਾ ਤਾਂ
ਖੁਲਾਸਾ ਜਿਹੜਾ ਹੈ ਬਾਬਾ ਕਬੀਰ ਸਾਹਿਬ ਨੇ ਕੀਤਾ ਹੈ। ਨਿਰਧਨ ਆਦਰ ਕੋਇ ਨਾ ਦੇ, ਲਾਖ ਯਤਨ ਕਰਾਇਓ ਚਿਤ ਨਾ ਧਰੇ। ਜੋ ਨਿਰਧਨ ਸਰ ਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜੋ ਸਰ ਧਨ ਨਿਰਧਨ ਕਹਿ ਜਾਏ, ਲਿਆ ਆਦਰ दिया आदर लिया बुलाए। निरधन सर धन दोनों भाई, प्रभ की कला ना मेटी जाए। पर निर्णा किया फिर जिहड़ा बाबा कबीर जी का निर्णय, वो कहते ने कहो कबीर निरधन है सोई जाके हिरदय राम ना होई। मैं निरधन असल मैं किनू दलिदरी कंगाल गरीब गुरबत का मारिया मैं किनू मनदा जिहदे पल्ले रब्बी गुण नहीं हैं। तो ज़ाहरा तौर उत्ते समाजिक विधान विच साडे दृष्टि च यह पैंदा भी बाबा रविदास जी गरीब ने, मरे पशु ढोने चंब लाउणा कखां दी कुल्ली चुमर कढ़ देनी, ये कोई अमीरी दीयां निशानियां थोड़ी ने। पर जे दूजा रुख वेखो तो जो उन्हां दी दौलत जो उन्होंने कमाया अपनी जिंदगी दे विच वो जिउंदा है, उन्होंने सदियां तलक दुनिया खा भी रही है खर्च भी रही है। साडी आत्मक भुख दूर करन दा जिहड़ा लंगर उन्होंने आत्मक ज्ञान का लाया अज तक चली जा रहा है। जिहड़ी दौलत उन्होंने खट्टी अज तक दुनिया दीयां परेशानियां ते दुखां नूं दूर करन दा सबब बनी हुई है। तो अमीरां दा किधरे नां नहीं मिलता भी बाबा रविदास साहब जी के समय उन्हां दे आले दुआले किन्ने क अमीर रहिंदे सन, है नहीं कोई, नामो निशान नहीं किसी का। उन्हां जो खटिया सी हथ झाड़ के तुर गए। बाबा रविदास साहब जी ने जो खटिया सी वो दीद है, वो सदा कायम है, वो मुक नहीं सकता। से धनवंत हर नाम लिव लाए। पर इत्थे जिस दरिद्रता की गल है एक दूजा पहलू भी है भी मनुख के जीवन का जदों औगण ਜ਼ਾਹਰ हो जाता है तो दुनिया फिर वो भावें साडे च भी उही औगण हुंदे ने, कई बार तुसीं ध्यान च रखना, कई बार साडे च भी उही औगण हुंदा है। पर फर्क है भी साडा जे ਜ਼ਾਹਰ नहीं होया तो वह ਜ਼ਾਹਰ हो गया, तो जिहदा ਜ਼ਾਹਰ हो गया ਉਹਨੂੰ फिर मेरे वर्गा लखां औगणा ਦਾ मारिया भी तनजा कसदा है। ਉਹਨੂੰ लगता भी जे ये भी एक मनुखी अंतरात्मे की चलाकी, ਇਹਨੂੰ कह लो मन दीयां खेडां दे विचों एक चीज़ पैदा हुंदी है। एक तो हुंदा भी मैं अपने आप नूं कहां भी मैं बहुत पाक ते साफ दामन बंदा, ते लोग सुन के आखणगे भी किड्डा हंकारिया बंदा, खुद ही अपने मूँहों अपनी वडियाई करी जांदा। ते दूजा एक तरीका पता की हुंदा है, जिन्ने बंदे तुहाडे आले दुआले सारिआं नूं भंडना शुरू कर दिओ। लोग कहणगे अच्छा तूं 10 बंदियां चों फिर 9 तां खराब ही, ये बंदा सही लगदा। जिहड़ी गल मैं कहनी चाहुंदा टेढ़े ढंग नाल कह दे। एक पासे तुसीं ये कहना भी मैं 10 बंदियां चों मैं इकल्ला सियाणा, ये सीधी गल अगले नूं हिट करेगी, तुहाडी हौमे दा प्रगटावा करेगी। फिर बंदा टेढ़े ढंग नाल गल करदा भी 9 गलत साबित कर दिओ, आपे ही इन्हां नूं समझ पै जाणी भी इन्हां 10 चों यही इकल्ला बंदा सियाणा। तो मनुखी मन दीयां चतुराइयां ने, इन्हां च बहुत वड्डियां उलझणां ने। वो भी एक दरिद्रता है, कर्म का खोटा होना तो जीवन चौगण होना, यह भी वड्डी कंगाली ते गरीबी है। तो बाबा रविदास साहब आखते ने दरिद्रता कंगाली वेख के हर कोई हसदा है। साडी ते ऐसी दशा है जिहड़ी हसण योग है। साडी गरीबी ते हसिया जा सकता है, साडे कर्मां दे खोट दे उत्ते हसिया जा सकता है। असीं इहो जे कर्मां दे मालक हाँ, पर जे तेरी मेहर हो जाए तो फिर की वड्याई मिलती है। अष्ट दशा सिद्ध कर तलै सब कृपा तुम्हारी, जे तेरी मेहर हो जाए ना, अष्ट दशा सिद्ध 8 ते 10 भाव 18 सिद्धियां बंदे दी हथ दी तली ते होंदियां। यानी कि तेरे नाम दियां नाम निधि 18 सिद्धि पिछे लगियां फिर जो हर हिरदे सदा वसाए। ਇਹਦਾ ਭਾਵ ਇਹ ਬਿਲकुल नहीं भी वो जोगियां वर्गे ट्रिक करते फिरदे, ਇਹਦਾ मतलब ये भी नहीं। एक प्रचलित मुहावरा है, ਆਪਾਂ ਕਹਿੰਦੇ ਇਹਦੀਆਂ ਤਾਂ 9 ਨਿੱਧਾਂ ਨੇ ਅੱਜ ਕੱਲ੍ਹ, यानी कि ਜਿਹਦੇ ਕੰਮ ਰਾਸ ਨੇ, ਆਪਾਂ ਉਹਨੂੰ ਕਹਿੰਦੇ ਜਿਹਦਾ ਕੰਮ ਰਾਸ ਹੈ, ਜਿਹਨੂੰ ਉਲਝਣ ਨਹੀਂ ਰਹਿ ਗਈ, ਪਰੇਸ਼ਾਨੀ ਕੋਈ ਨਹੀਂ ਆਉਂਦੀ, ਉਹਨੂੰ ਆਪਾਂ ਕਹਿੰਦੇ ਇਹਦੀਆਂ ਤਾਂ 9 ਨਿੱਧਾਂ ਨੇ ਅੱਜ ਕੱਲ੍ਹ। तो एक मुहावरा भी है, यानी कि ਜਿਹਦੇ पल्ले रब्बी नाम दीयां वड्याइयां ने,
ਜਿਹਦੇ ਅੰਦਰ ਦੀ ਗੁਰਬਤ ਖਤਮ ਹੋ ਗਈ ਹੈ, ਜਿਹਦੇ ਅੰਦਰ ਦੀ ਕੰਗਾਲੀ ਟੁੱਟ ਗਈ ਹੈ, ਸਮਝੋ ਉਹਦੀ ਤਲੀ ਤੇ ਵਡਿਆਈ ਹੈ। ਪਰ ਇਹ ਕਿੱਥੋਂ ਮਿਲੀ? ਸਭ ਕਿਰਪਾ ਤੁਮਾਰੀ, ਜਿਹੜੇ ਤੇਰੀ ਬਖਸ਼ਿਸ਼ ਦੇ ਪਾਤਰ ਬਣਦੇ। ਜੋ ਤੇਰੀ ਸ਼ਰਨਾਗਤਾ ਤੇ ਨਾ ਹੀ ਭਾਰ, ਜੋ ਆਪਣਾ ਆਪ ਤੈਨੂੰ ਸਮਰਪਿਤ ਕਰ ਦਿੰਦੇ ਨੇ, ਉਹਨਾਂ ਦੀ ਸੁਰਤ ਉੱਤੇ ਵਿਸ਼ਿਆਂ ਦਾ, ਵਕਾਰਾਂ ਦਾ, ਔਗਣਾਂ ਦਾ, ਆਤਮਿਕ ਕੰਗਾਲੀ ਦਾ ਕੋਈ ਬੋਝ ਹੀ ਨਹੀਂ ਰਹਿ ਜਾਂਦਾ। ਉਹ ਭਾਰ ਚੁੱਕ ਕੇ ਥੋੜ੍ਹਾ ਫਿਰਦੇ ਨੇ, ਅਸੀਂ ਚੁੱਕਦੇ ਹਾਂ, ਕਿਉਂਕਿ ਸਾਨੂੰ ਭਾਰ ਚੁੱਕੇ ਬਿਨਾਂ ਨਾ ਭੁੱਖ ਲੱਗਦੀ ਹੈ ਤੇ ਨਾ ਨੀਂਦ ਆਉਂਦੀ ਹੈ। ਜਿੰਨਾ ਚਿਰ ਅਸੀਂ ਬੋਝ ਚੁੱਕ ਨਾ ਲਈਏ, ਤੇ ਉਹ ਬੋਝ ਅਸੀਂ ਆਪਣਾ ਨਹੀਂ, ਹਮੇਸ਼ਾ ਦੂਜਿਆਂ ਦਾ ਹੀ ਚੁੱਕਦੇ ਹਾਂ। ਹਾਂ, ਕੋਈ ਜ਼ਿੰਮੇਵਾਰੀ ਚੁੱਕ ਲਈਏ ਗੱਲ ਵੱਖਰੀ ਹੈ, ਪਰ ਅਸੀਂ ਬੋਝ ਚੁੱਕਦੇ ਹਾਂ ਦੂਜਿਆਂ ਦੇ ਔਗਣਾਂ ਦਾ, ਦੂਜਿਆਂ ਦੇ ਪਾਪਾਂ ਦਾ, ਦੂਜੇ ਦੇ ਪ੍ਰਤੀ ਕੁਝ ਲੱਭਣ ਦਾ। ਪਰ ਇਹ ਫਾਲਤੂ ਦਾ ਬੋਝ ਹੈ, ਜਿਹਦਾ ਸਾਨੂੰ ਕੋਈ ਮਿਹਨਤਾਨਾ ਵੀ ਨਹੀਂ ਮਿਲਣਾ ਹੁੰਦਾ। ਬੰਦੇ ਨੇ ਵਿੱਚੋਂ ਕੁਝ ਪਾਉਣਾ ਹੋਵੇ ਨਾ ਆਪਣੇ ਫਾਇਦੇ ਲਈ, ਤੇ ਫਿਰ ਬੋਝ ਚੁੱਕੇ ਤੇ ਚੰਗਾ ਲੱਗਦਾ ਹੈ। ਪਸ਼ੂ ਤੇ ਲੋਕ ਬੋਝ ਲਾਦੇ ਨੇ, ਘੱਟੋ ਘੱਟ ਉਹਨੂੰ ਪਾਣੀ ਤਾਂ ਪਿਆਉਂਦੇ ਹੀ ਨੇ, ਉਹਨੂੰ ਚਾਰਾ ਤੇ ਪਾਉਂਦੇ ਹੀ ਨੇ। ਸਾਨੂੰ ਤਾਂ ਉਹਦੇ ਚੋਂ ਵੀ ਕੱਖ ਨਹੀਂ ਲੱਭਣਾ, ਅਸੀਂ ਫਿਰ ਵੀ ਚੁੱਕਦੇ ਹਾਂ। ਸੋ ਉਹ ਜਿਹੜਾ ਬੋਝ ਹੈ, ਤਿੰਨ ਨਾ ਹੀ ਭਾਰ, ਉਹ ਬੋਝ ਸਾਡੀ ਸੁਰਤ ਉੱਤੇ ਹੁੰਦਾ ਹੈ। ਉਹ ਬੋਝ ਸੁਹੱਪਣ ਕਿਸੇ ਦਾ ਹੈ, ਕਾਮ ਦਾ ਬੋਝ ਸਾਡੀ ਸੁਰਤ ਤੇ ਹੈ। ਵਡਿਆਈ ਕਿਸੇ ਨੂੰ ਮਿਲੀ ਹੈ, ਪ੍ਰਭਤਾ ਕਿਸੇ ਨੇ ਪਾਈ ਹੈ ਮਿਹਨਤ ਕਰਕੇ, ਈਰਖਾ ਦਾ ਬੋਝ ਸਾਡੀ ਸੁਰਤ ਤੇ ਹੈ। ਹੁਣ ਇਹ ਬੋਝ ਦਾ ਕੋਈ ਸਾਨੂੰ ਇਹ ਵਜਾਨਾ ਥੋੜ੍ਹੀ ਮਿਲਣਾ, ਕੋਈ ਮਿਹਨਤਾਨਾ ਥੋੜ੍ਹੀ, ਪਰ ਫਿਰ ਵੀ ਅਸੀਂ ਚੁੱਕਦੇ ਹਾਂ। ਪਰ ਉਹਨਾਂ ਨੂੰ ਇਹ ਭਾਰ ਨਹੀਂ, ਜੋ ਤੇਰੀ ਸ਼ਰਨਾਗਤਾ ਤਿਨ ਨਾ ਹੀ ਭਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਊਚ ਨੀਚ ਦਾ ਭਾਵ ਹੈ ਤਥਾ ਕਥਿਤ ਸੰਸਾਰ 'ਚ ਕੋਈ ਆਪਣੇ ਆਪ ਨੂੰ ਉੱਚੀ ਕੁੱਲ ਵਾਲਾ ਕਹਿ ਲਓ, ਮਾਇਆਧਾਰੀ ਅਮੀਰ ਕਹਿ ਲਓ, ਕਿਸੇ ਨੇ ਨੀਵੀਂ ਕੁੱਲ ਵਾਲਾ ਕਿਹਾ, ਜਾਂ ਕੋਈ ਗਰੀਬ। ਐਸੀਆਂ ਊਚ ਨੀਚ ਦੀਆਂ ਵੰਡੀਆਂ ਨਹੀਂ ਰਹਿ ਜਾਂਦੀ। ਕੋਈ ਵੀ ਹੋਵੇ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਂਦਾ, ਉਹ ਤਰ ਜਾਂਦਾ, ਉਹਦਾ ਭਲਾ ਹੋ ਜਾਂਦਾ, ਕਲੇ ਉਹਦਾ ਭਾਰ ਲੈ ਜਾਂਦਾ ਉਹਦੀ ਸੁਰਤ ਤੋਂ। ਆਲਜ ਸ਼ਬਦ ਜਿਹੜੇ ਨੂੰ ਕਈ ਵਾਰ ਆਪਾਂ ਆਲਜ ਵੀ ਕਰਦੇ ਹਾਂ, ਉਹਦਾ ਮਤਲਬ ਹੁੰਦਾ ਹੈ ਬੇਹਯਾ, ਬੇਸ਼ਰਮ। ਪਰ ਇੱਥੇ ਸ਼ਬਦ ਆਲਜ ਹੈ। ਆਲਜ ਦਾ ਮਤਲਬ ਹੁੰਦਾ ਹੈ ਆਲਜ। ਆਲ ਘਰ ਨੂੰ ਕਹਿੰਦੇ ਨੇ ਸੰਸਕ੍ਰਿਤ, ਜੋ ਜੰਜਾਲ ਨੂੰ ਕਹਿੰਦੇ ਨੇ। ਜਿਹੜੇ ਸਾਡੇ ਅੰਦਰ ਮਾਇਕੀ ਜੰਜਾਲ ਨੇ, ਉਹ ਜੰਜਾਲ ਸਾਡੇ ਅੰਦਰੋਂ ਮੁੱਕ ਜਾਂਦੇ ਨੇ, ਸੰਸਾਰਕ ਜੰਜਾਲ। ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ। ਤੇਰੇ ਗੁਣਾਂ ਦੀ ਕਥਾ ਅਕਥ ਹੈ, ਨਾ ਕਥੀ ਜਾਣ ਵਾਲੀ, ਜਿਹਨੂੰ ਐਕਸਪਲੇਨ ਕਰਕੇ ਨਹੀਂ ਦੱਸਿਆ ਜਾ ਸਕਦਾ। ਸਾਡੀ ਰਸਨਾ, ਸਾਡੀ ਬੁੱਧ ਦੇ ਦਾਇਰੇ ਤੋਂ ਬਾਹਰ ਹੈ ਤੇਰੇ ਗੁਣਾਂ ਦੀ ਪ੍ਰਭਤਾ, ਤੇਰੇ ਨਾਮ ਦੀ, ਹੁਕਮ ਦੀ ਵਡਿਆਈ। ਬਕਾਏ ਕਰੀਬ ਕਿੰਨੀ ਕੁ ਕਥੀ ਹੈ, ਕਥੀ ਨਹੀਂ ਜਾ ਸਕਦੀ। ਜੈਸਾ ਤੂੰ ਤੈਸਾ ਤੂੰ, ਕਿਆ ਉਪਮਾ ਦੀ ਜਹੇ। ਮੇਰੇ ਮਾਲਕ, ਜਿਹੋ ਜਿਹਾ ਤੂੰ ਹੈ ਬਸ ਤੂੰ ਹੀ ਹੈ। ਇਹਦੀ ਕਿਸੇ ਹੋਰ ਚੀਜ਼ ਨਾਲ ਉਪਮਾ ਦਾ ਮਤਲਬ ਹੁੰਦਾ ਕੰਪੇਅਰ ਕਰਕੇ ਕਿਸੇ ਦੀ ਵਡਿਆਈ ਕਰ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਆਹ ਚੀਜ਼ ਫਲਾਨੀ ਚੀਜ਼ ਵਰਗੀ ਸੋਹਣੀ ਹੈ, ਆਹ ਚੀਜ਼ ਫਲਾਨੀ ਚੀਜ਼ ਵਰਗੀ ਕੀਮਤੀ ਹੈ, ਉਹਨੂੰ ਅਸੀਂ ਕੰਪੇਅਰ ਕਰਕੇ ਉਹਦੀ ਸਿਫਤ ਕਰਦੇ ਹਾਂ ਕਿਸੇ ਹੋਰ ਚੀਜ਼ ਨਾਲ। ਪਰ ਜਿਹਦੇ ਵਰਗੀ ਕੋਈ ਹੋਰ ਚੀਜ਼ ਹੀ ਨਾ ਹੋਵੇ, ਉਹਨੂੰ ਕਿਹਾ ਜਾਂਦਾ ਹੈ ਅਨਉਪਮ। ਉਪਮਾ ਤੋਂ ਰਹਿਤ ਕਿਆ ਉਪਮਾ ਦੀਜੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਵੀ ਤੈਨੂੰ ਕਿਹਦੇ ਨਾਲ ਕੰਪੇਅਰ ਕਰਕੇ ਤੇਰੀ ਪ੍ਰਸ਼ੰਸਾ ਕਰੀਏ। ਇਹੀ ਕਹਿਣਾ ਬਣਦਾ ਹੈ ਤੂੰ ਹੀ ਆਪਣੇ ਆਪ ਜਿਹਾ ਹੀ ਹੈ, ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ। ਸਾਹਿਬ ਕਿਰਪਾ ਕਰਨੇ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।